ਕੌਣ ਸਨ ਭਾਈ ਪੱਲਾ? ਕਿਵੇਂ ਵੱਜੇ ਇੱਕ ਮਿਹਣੇ ਨੇ ਭਾਈ ਪੱਲੇ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ? ਕਿਉਂ ਭਾਈ ਪੱਲਾ ਹਰ ਵੇਲੇ ਆਪਣੇ ਪਰਨੇ ਵਿੱਚ ਗੁੜ ਦੀ ਡਲੀ ਬੰਨ੍ਹ ਕੇ ਰੱਖਦਾ ਸੀ? ਕਿਵੇਂ ਭਾਈ ਪੱਲੇ ਦਾ ਮਿਲਾਪ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੁੰਦਾ ਹੈ? ਕਿਵੇਂ ਪਿੰਡ ਦਾ ਕਮਲਾ ਖਵਾਉਣ ਵਾਲਾ ਭਾਈ ਪੱਲਾ ਪਿੰਡ ਦਾ ਚੌਧਰੀ ਬਣ ਗਿਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਾਖੀ ਵਿੱਚ ਲਿਖਿਆ ਹੈ ਕਿ ਇੱਕ ਨੌਜਵਾਨ ਆਪਣੇ ਖੂਹ ਉੱਪਰ ਬੈਠਾ ਹੈ। ਖੂਹ ਗਿੜ ਨਹੀਂ ਰਿਹਾ, ਬੰਦ ਹੈ, ਪਰ ਫਿਰ ਵੀ ਉਹ ਨੌਜਵਾਨ ਖੂਹ ਤੇ ਬੈਠਾ ਹੈ ਕਿ ਅਚਾਨਕ ਉਸ ਨੂੰ 5-7 ਸਰੀਰ ਆਪਣੇ ਵੱਲ ਨੂੰ ਤੁਰੇ ਹੋਏ ਨਜ਼ਰ ਆਉਂਦੇ ਹਨ। ਉਹਨਾਂ ਸਰੀਰਾਂ ਵਿੱਚੋਂ ਇੱਕ ਕੁਝ ਬੋਲ ਰਿਹਾ ਹੈ ਤੇ ਬਾਕੀ ਸਾਰੇ ਉਸ ਨੂੰ ਸੁਣ ਰਹੇ ਹਨ। ਉਹ ਸਰੀਰ ਜਦੋਂ ਉਸ ਨੌਜਵਾਨ ਕੋਲ ਪਹੁੰਚਦੇ ਹਨ ਤਾਂ ਜਿਹੜਾ ਬੋਲ ਰਿਹਾ ਹੁੰਦਾ ਹੈ, ਜਦੋਂ ਸ਼ਬਦ ਦੀ ਸਮਾਪਤੀ ਕਰਦਾ ਹੈ, ਬੋਲਣਾ ਬੰਦ ਕਰ ਦਿੰਦਾ ਹੈ, ਤਾਂ ਬਾਕੀ ਸਾਰੇ ਉਸ ਨੂੰ ਸਿਰ ਝੁਕਾ ਕੇ ਮੱਥਾ ਟੇਕਦੇ ਹਨ। ਤਾਂ ਬੋਲਣ ਵਾਲਾ ਉਹ ਸਰੀਰ, ਉਹ ਗੁਰਸਿੱਖ ਉਸ ਗੱਭਰੂ ਨੂੰ ਕਹਿੰਦਾ ਹੈ ਕਿ ਸਾਨੂੰ ਪਿਆਸ ਲੱਗੀ ਹੈ, ਕਿ ਸਾਨੂੰ ਪੀਣ ਲਈ ਪਾਣੀ ਮਿਲੇਗਾ? ਤਾਂ ਉਹ ਗੱਭਰੂ ਕਹਿੰਦਾ ਹੈ ਕਿ ਸਾਡਾ ਤਾਂ ਖੂਹ ਬੰਦ ਪਿਆ ਹੈ, ਪਰ ਫਿਰ ਵੀ ਜੇਕਰ ਤੁਸੀਂ ਕਹਿੰਦੇ ਹੋ ਤਾਂ ਮੈਂ ਮਾਲ ਰਾਹੀਂ, ਮਾਲ ਉਹ ਹੁੰਦੀ ਹੈ ਜਿਸ ਦੇ ਨਾਲ ਖੂਹ ਗਿੜਦਾ ਹੈ, ਮੈਂ ਮਾਲ ਰਾਹੀਂ ਥੱਲੇ ਉਤਰਾਂਗਾ ਤਾਂ ਤੁਹਾਡੇ ਪੀਣ ਲਈ ਪਾਣੀ ਲੈ ਆਉਣਾ ਹਾਂ। ਉਹ ਨੌਜਵਾਨ ਗੱਭਰੂ ਖੂਹ ਵਿੱਚ ਉਤਰਦਾ ਹੈ ਤਾਂ ਉਹਨਾਂ ਵਾਸਤੇ ਪਾਣੀ ਪੀਣ ਲਈ ਲੈ ਕੇ ਆਉਂਦਾ ਹੈ। ਜਦੋਂ ਉਹਨਾਂ ਨੂੰ ਪਾਣੀ ਪਿਆਉਣ ਲੱਗਦਾ ਹੈ ਤਾਂ ਜਿਹੜਾ ਗੁਰਸਿੱਖ ਸ਼ਬਦ ਪੜ੍ਹ ਰਿਹਾ ਹੁੰਦਾ ਹੈ, ਉਹ ਸੁਭਾਵਕ ਹੀ ਉਸ ਨੌਜਵਾਨ ਨੂੰ ਪੁੱਛ ਲੈਂਦਾ ਹੈ ਕਿ ਤੁਸੀਂ ਕੌਣ ਹੁੰਦੇ ਹੋ? ਸੰਤ ਸਾਖੀ ਵਿੱਚ ਲਿਖਿਆ ਹੈ ਕਿ ਉਹ ਨੌਜਵਾਨ ਉਸ ਗੁਰਸਿੱਖ ਨੂੰ ਜਵਾਬ ਦਿੰਦਾ ਹੈ, ਸਾਨੂੰ ਸਰਵਰੀਏ ਕਿਹਾ ਜਾਂਦਾ ਹੈ। ਸਰਵਰੀਏ ਉਹ ਹੁੰਦੇ ਹਨ ਜੋ ਕਬਰਾਂ ਦੀ ਪੂਜਾ ਕਰਦੇ ਹਨ। ਉਹ ਗੁਰਸਿੱਖ ਜੋ ਉਸ ਲਈ ਪੀਣ ਲਈ ਪਾਣੀ ਮੰਗਦਾ ਹੈ, ਉਹ ਕਹਿੰਦਾ ਹੈ ਕਿ ਤੁਸੀਂ ਬੇਨਾਮੇ ਹੋ। ਬੇਨਾਮਿਆਂ ਤੋਂ ਭਾਵ ਕਿ ਤੁਹਾਡਾ ਜਨਮ ਕਿੱਧਰ ਹੋਇਆ ਹੈ ਤੇ ਤੁਸੀਂ ਤੁਰੇ ਕਿੱਧਰ ਫਿਰਦੇ ਹੋ। ਇਸ ਤਰ੍ਹਾਂ ਗੁਰਸਿੱਖ ਉਸ ਨੂੰ ਬੇਨਾਮਾ ਕਹਿ ਕੇ ਕਹਿੰਦੇ ਹਨ ਕਿ ਬੇਸ਼ੱਕ ਸਾਨੂੰ ਪਿਆਸ ਬਹੁਤ ਲੱਗੀ ਹੈ, ਪਰ ਤੂੰ ਬੇਨਾਮਾ ਹੈ, ਇਸ ਲਈ ਤੇਰੇ ਤੋਂ ਪਾਣੀ ਨਹੀਂ ਪੀਣਾ, ਤੇ ਉਵੇਂ ਹੀ ਉੱਥੋਂ ਚਲੇ ਜਾਂਦੇ ਹਨ। ਉਹਨਾਂ ਗੁਰਸਿੱਖਾਂ ਦੀ ਕਹੀ ਇਹ ਗੱਲ ਉਸ ਗੱਭਰੂ ਦੇ ਹਿਰਦੇ ਵਿੱਚ ਕਿਸੇ ਤੀਰ ਵਾਂਗ ਲੱਗਦੀ ਹੈ ਤੇ ਉਹ ਬੜੇ ਦੁਖੀ ਮਨ ਨਾਲ ਘਰੇ ਆਉਂਦਾ ਹੈ ਤੇ ਆਪਣੀ ਮਾਂ ਨੂੰ ਪੁੱਛਦਾ ਹੈ ਕਿ ਮਾਂ, ਅਸੀਂ ਕੌਣ ਹੁੰਦੇ ਹਾਂ? ਆਪਣੇ ਪੁੱਤ ਦੇ ਮੂੰਹੋਂ ਇਹ ਸਵਾਲ ਸੁਣ ਕੇ ਮਾਂ ਉਸ ਨੂੰ ਪੁੱਛਦੀ ਹੈ ਕਿ ਪੁੱਤਰਾ, ਅੱਜ ਤੈਨੂੰ ਕੀ ਹੋ ਗਿਆ? ਅੱਜ ਇੱਕਦਮ ਇਹ ਸਵਾਲ ਕਿਉਂ? ਉਹ ਆਪਣੀ ਮਾਂ ਨੂੰ ਸਾਰੀ ਗੱਲ ਦੱਸਦਾ ਹੈ ਕਿ ਮੇਰੇ ਕੋਲ 5-7 ਜਾਣੇ ਆਏ, ਉਹਨਾਂ ਵਿੱਚ ਇੱਕ ਜਾਣਾ ਕੁਝ ਬੋਲ ਰਿਹਾ ਸੀ। ਉਹ ਕੀ ਬੋਲ ਰਿਹਾ ਸੀ ਮੈਨੂੰ ਕੁਝ ਸਮਝ ਤਾਂ ਨਹੀਂ ਲੱਗੀ, ਪਰ ਮੇਰੇ ਕੋਲ ਆ ਕੇ ਉਹ ਚੁੱਪ ਹੋ ਗਏ ਤੇ ਮੇਰੇ ਕੋਲ ਉਹਨਾਂ ਨੇ ਪੀਣ ਲਈ ਪਾਣੀ ਮੰਗਿਆ। ਮੈਂ ਜਦੋਂ ਪਾਣੀ ਲਿਆ ਕੇ ਦਿੱਤਾ ਤਾਂ ਉਹਨਾਂ ਨੇ ਮੇਰੇ ਕੋਲੋਂ ਸੁਭਾਵਿਕ ਪੁੱਛਿਆ ਕਿ ਤੂੰ ਕੌਣ ਹੈ? ਤਾਂ ਮੈਂ ਉਹਨਾਂ ਨੂੰ ਦੱਸ ਦਿੱਤਾ ਕਿ ਸਾਨੂੰ ਸਰਵਰੀਏ ਕਹਿੰਦੇ ਹਨ। ਤਾਂ ਉਹਨਾਂ ਨੇ ਮੈਨੂੰ ਬੇਨਾਮਾ ਕਹਿ ਕੇ ਮੇਰੇ ਹੱਥੋਂ ਪਾਣੀ ਪੀਣ ਤੋਂ ਮਨਾ ਕਰ ਦਿੱਤਾ ਤੇ ਅੱਗੇ ਚਲੇ ਗਏ। ਮਾਂ, ਹੁਣ ਤੂੰ ਦੱਸ ਕਿ ਅਸੀਂ ਕੌਣ ਹਾਂ? ਆਪਣੇ ਪੁੱਤ ਦੀ ਗੱਲ ਸੁਣ ਕੇ ਮਾਂ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਜਾਂਦੇ ਹਨ ਤੇ ਉਹ ਕਹਿੰਦੀ ਹੈ ਕਿ ਜਿਨ੍ਹਾਂ ਦੀ ਗੱਲ ਤੂੰ ਕਰ ਰਿਹਾ ਹੈ ਉਹ ਪੱਕਾ ਬਾਬੇ ਨਾਨਕ ਦੇ ਸਿੱਖ ਹੋਣਗੇ, ਕਿਉਂਕਿ ਬਾਬੇ ਨਾਨਕ ਦੇ ਸਿੱਖ ਹੀ ਹਨ ਜੋ ਚੱਲਦੇ ਫਿਰਦੇ, ਉੱਠਦੇ ਬਹਿੰਦਿਆਂ, ਕੰਮ ਕਰਦਿਆਂ ਬਾਣੀ ਪੜ੍ਹਦੇ ਰਹਿੰਦੇ ਹਨ। ਫਿਰ ਚਾਹੇ ਜਗ੍ਹਾ ਕੋਈ ਵੀ ਹੋਵੇ, ਥਾਂ ਕੋਈ ਵੀ ਹੋਵੇ, ਵੇਲਾ ਕੋਈ ਵੀ ਹੋਵੇ, ਜਿੱਥੇ ਵੀ ਸ਼ਬਦ ਦੀ ਸਮਾਪਤੀ ਹੁੰਦੀ ਹੈ ਉਹ ਸੀਸ ਝੁਕਾ ਕੇ ਵਾਹਿਗੁਰੂ ਨੂੰ ਨਮਸਕਾਰ ਕਰ ਦਿੰਦੇ ਹਨ। ਉਹ ਗੱਭਰੂ ਫਿਰ ਆਪਣੀ ਮਾਂ ਨੂੰ ਸਵਾਲ ਕਰਦਾ ਹੈ ਕਿ ਮਾਂ, ਤੂੰ ਬਾਬੇ ਨਾਨਕ ਬਾਰੇ ਕਿਵੇਂ ਜਾਣਦੀ ਹੈ? ਤੂੰ ਉਸ ਬਾਣੀ ਬਾਰੇ ਕਿਵੇਂ ਜਾਣਦੀ ਹੈ? ਤਾਂ ਉਸ ਦੀ ਮਾਂ ਅੱਖਾਂ ਭਰਦੀ ਹੋਈ ਕਹਿੰਦੀ ਹੈ ਕਿ ਕਿਸੇ ਸਮੇਂ ਮੈਂ ਵੀ ਬਾਬੇ ਨਾਨਕ ਦੀ ਬਾਣੀ ਪੜ੍ਹਿਆ ਕਰਦੀ ਸੀ, ਪਰ ਉਸ ਤੋਂ ਬਾਅਦ ਮੇਰਾ ਵਿਆਹ ਤੇਰੇ ਪਿਤਾ ਨਾਲ ਹੋ ਗਿਆ, ਮੈਂ ਇਸ ਘਰ ਵਿੱਚ ਆ ਗਈ ਤੇ ਹੌਲੀ ਹੌਲੀ ਮੇਰਾ ਵੀ ਸਾਰਾ ਕੁਝ ਛੁੱਟ ਗਿਆ। ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਉਹ ਨੌਜਵਾਨ ਕਹਿੰਦਾ ਹੈ ਕਿ ਮਾਂ, ਅੱਜ ਤੋਂ ਮੈਂ ਕਬਰਾਂ ਨਹੀਂ ਭੁੱਲਣੀਆਂ, ਮੈਂ ਹੁਣ ਉਸ ਗੁਰੂ ਨੂੰ ਮਿਲਣਾ ਚਾਹੁੰਦਾ ਜਿਸ ਦੇ ਸਿੱਖ ਅੱਜ ਮੇਰੇ ਕੋਲੋਂ ਲੰਘ ਕੇ ਗਏ ਹਨ। ਤਾਂ ਉਸ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਪੁੱਤਰ, ਆਪਣੇ ਘਰ ਵਿੱਚ ਬਹੁਤ ਗਰੀਬੀ ਹੈ, ਆਪਣੇ ਘਰ ਤਾਂ ਕੋਈ ਪੈਸਾ ਧੇਲਾ ਵੀ ਨਹੀਂ, ਫਿਰ ਤੂੰ ਗੁਰੂ ਨੂੰ ਕਿੱਥੇ ਜਾ ਕੇ ਮਿਲੇਂਗਾ, ਉਸ ਨੂੰ ਕਿਵੇਂ ਮਿਲੇਂਗਾ? ਉਹ ਨੌਜਵਾਨ ਰੋਂਦਾ ਹੈ, ਕਹਿੰਦਾ ਹੈ ਕਿ ਮਾਂ, ਮੈਂ ਇਹ ਤਾਂ ਨਹੀਂ ਜਾਣਦਾ ਕਿ ਮੈਂ ਗੁਰੂ ਨੂੰ ਕਿੱਥੇ ਮਿਲੂੰਗਾ, ਕਿੱਦਾਂ ਮਿਲੂੰਗਾ, ਪਰ ਮੈਂ ਉਸ ਗੁਰੂ ਨੂੰ ਮਿਲਣਾ ਚਾਹੁੰਦਾ ਹਾਂ। ਆਪਣੇ ਪੁੱਤ ਦੀ ਇਸ ਹਾਲਤ ਨੂੰ ਦੇਖਦੇ ਹੋਏ ਮਾਂ ਕਹਿੰਦੀ ਹੈ ਕਿ ਠੀਕ ਹੈ ਪੁੱਤਰਾ, ਜੇਕਰ ਤੂੰ ਗੁਰੂ ਨੂੰ ਮਿਲਣ ਦੀ ਇੰਨੀ ਇੱਛਾ ਰੱਖਦਾ ਹੈ ਤਾਂ ਫਿਰ ਇੱਕ ਰਸਤਾ ਹੈ ਜਿਸ ਨਾਲ ਤੂੰ ਗੁਰੂ ਨੂੰ ਮਿਲ ਸਕਦਾ ਹੈ, ਜਿਸ ਨਾਲ ਚਾਹੇ ਕਿੱਡੀ ਵੱਡੀ ਦੂਰੀ ਕਿਉਂ ਨਾ ਹੋਵੇ ਉਹ ਮਿਟ ਜਾਂਦੀ ਹੈ। ਤਾਂ ਉਹ ਗੱਭਰੂ ਕਹਿੰਦਾ ਹੈ ਕਿ ਮਾਂ, ਮੈਨੂੰ ਰਸਤਾ ਦੱਸ ਕਿ ਮੈਂ ਕਿਵੇਂ ਗੁਰੂ ਨੂੰ ਮਿਲ ਸਕਦਾ ਹਾਂ। ਤਾਂ ਉਸ ਦੀ ਮਾਂ ਉਸ ਨੂੰ ਜਵਾਬ ਦਿੰਦੀ ਕਹਿੰਦੀ ਹੈ ਕਿ ਮਨ ਦੇ ਚਿੰਤਨ ਨਾਲ ਤੂੰ ਮਨ ਕਰਕੇ ਗੁਰੂ ਸਾਹਿਬ ਦਾ ਸਿਮਰਨ ਕਰ, ਗੁਰੂ ਗੁਰੂ ਪੁਕਾਰ, ਉਹ ਗੁਰੂ ਆਪ ਚੱਲ ਕੇ ਤੇਰੇ ਘਰ ਵਿੱਚ ਆਵੇਗਾ। ਤਾਂ ਉਹ ਨੌਜਵਾਨ ਫਿਰ ਆਪਣੀ ਮਾਂ ਨੂੰ ਸਵਾਲ ਕਰਦਾ ਹੈ ਕਿ ਮਾਂ, ਮੈਂ ਤਾਂ ਗੁਰੂ ਨੂੰ ਕਦੇ ਦੇਖਿਆ ਹੀ ਨਹੀਂ, ਫਿਰ ਮੈਂ ਉਸ ਦਾ ਚਿੰਤਨ ਕਿਵੇਂ ਕਰਾਂ? ਤਾਂ ਮਾਂ ਕਹਿੰਦੀ ਹੈ ਕਿ ਬਾਬੇ ਨਾਨਕ ਦੇ ਘਰ ਦੀ ਇਹੀ ਤਾਂ ਖਾਸੀਅਤ ਹੈ ਕਿ ਉਸ ਦਾ ਚਿੰਤਨ ਕਰਨ ਵਾਸਤੇ ਉਸ ਨੂੰ ਦੇਖਣ ਦੀ ਲੋੜ ਨਹੀਂ, ਬਸ ਉਸ ਨੂੰ ਮਨ ਕਰਕੇ ਪੁਕਾਰੋ, ਗੁਰੂ ਆਪ ਚੱਲ ਕੇ ਤੁਹਾਡੇ ਘਰ ਵਿੱਚ ਆਵੇਗਾ। ਤਾਂ ਗੱਭਰੂ ਕਹਿਣ ਲੱਗਦਾ ਕਿ ਠੀਕ ਹੈ ਮਾਂ, ਜੇ ਗੁਰੂ ਸਾਹਿਬ ਸਾਡੇ ਘਰ ਆ ਗਏ। ਤਾਂ ਮਾਂ ਉਸ ਨੂੰ ਟੋਕਦੀ ਹੋਈ ਕਹਿੰਦੀ ਹੈ ਕਿ ਕਦੀ ਵੀ ਜੇ ਸ਼ਬਦ ਦੀ ਵਰਤੋਂ ਨਹੀਂ ਕਰਨੀ, ਜੇ ਸ਼ਬਦ ਹਮੇਸ਼ਾ ਦੁਵਿਧਾ ਪੈਦਾ ਕਰਦਾ ਹੈ। ਗੁਰੂ ਸਾਹਿਬ ਆਉਣਗੇ ਤੇ ਜ਼ਰੂਰ ਆਉਣਗੇ। ਤਾਂ ਗੱਭਰੂ ਕਹਿੰਦਾ ਹੈ ਕਿ ਠੀਕ ਹੈ, ਜਦੋਂ ਗੁਰੂ ਸਾਹਿਬ ਆਪਣੇ ਘਰ ਆਉਣਗੇ ਤਾਂ ਆਪਾਂ ਉਹਨਾਂ ਨੂੰ ਕੀ ਭੇਟ ਕਰਾਂਗੇ? ਤਾਂ ਮਾਂ ਉਸ ਨੂੰ ਕਹਿਣ ਲੱਗੀ ਕਿ ਗੁਰੂ ਕਦੀ ਵੀ ਭੇਟਾ ਦਾ ਭੁੱਖਾ ਨਹੀਂ ਹੁੰਦਾ, ਤੂੰ ਸਤਿਕਾਰ ਵਜੋਂ ਤੋਂ ਦਾਤਣਾ ਤੋੜ ਕੇ ਜਾਂ ਕੁਝ ਮਿੱਠਾ, ਚਾਹੇ ਇੱਕ ਫੁੱਲ ਵੀ ਰੱਖ ਦੇਵੇਂਗਾ ਨਾ, ਤਾਂ ਗੁਰੂ ਨੂੰ ਮਨਜ਼ੂਰ ਹੈ। ਤਾਂ ਨੌਜਵਾਨ ਕਹਿਣ ਲੱਗਾ ਕਿ ਠੀਕ ਹੈ ਮਾਂ, ਫਿਰ ਕੁਝ ਮਿੱਠਾ ਹੀ ਦੇ ਦੇ ਜੋ ਮੈਂ ਗੁਰੂ ਨੂੰ ਭੇਟ ਕਰ ਸਕਾਂ।
ਤਾਂ ਮਾਂ ਨੇ ਘਰ ਵਿੱਚ ਪਈ ਗੁੜ ਦੀ ਇੱਕ ਰੋੜੀ ਦਿੱਤੀ, ਜਿਸ ਨੂੰ ਉਸਨੇ ਆਪਣੇ ਪਰਨੇ ਦੇ ਪੱਲੇ ਵਿੱਚ ਬੰਨ੍ਹ ਲਿਆ। ਉਹ ਨੌਜਵਾਨ ਕਹਿਣ ਲੱਗਾ ਕਿ ਮਾਂ, ਕੱਲ ਤੈਨੂੰ ਮੈਂ ਇੱਕ ਟਕਾ ਲਿਆ ਕੇ ਦਿੱਤਾ ਸੀ, ਉਹ ਵੀ ਮੈਨੂੰ ਦੇ ਦੇ। ਇਹ ਗੁੜ ਮੈਂ ਗੁਰੂ ਸਾਹਿਬ ਨੂੰ ਖਾਣ ਲਈ ਦੇਵਾਂਗਾ, ਤਾਂ ਇਹ ਟਕਾ ਉਹਨਾਂ ਅੱਗੇ ਭੇਟ ਕਰਕੇ ਕਹਾਂਗਾ ਕਿ ਗਰੀਬ ਦੀ ਭੇਟਾ ਸਵੀਕਾਰ ਕਰੋ। ਉਸਨੇ ਮਾਂ ਕੋਲੋਂ ਗੁੜ ਦੀ ਰੋੜੀ ਲੈ ਕੇ, ਸਿੱਕਾ ਲੈ ਕੇ ਪਰਨੇ ਦੇ ਪੱਲੇ ਵਿੱਚ ਬੰਨ੍ਹਿਆ ਤੇ ਉਸ ਪਰਨੇ ਨੂੰ ਹਮੇਸ਼ਾ ਆਪਣੇ ਕੋਲ ਰੱਖਦਾ ਸੀ। ਜਦੋਂ ਸੌਣ ਲੱਗਣਾ ਤਾਂ ਪਰਨੇ ਨੂੰ ਸਰਾਣੇ ਰੱਖ ਲੈਣਾ, ਕੰਮ ਕਰਨ ਲੱਗਣਾ ਤਾਂ ਪਰਨੇ ਨੂੰ ਮੋਢੇ ਤੇ ਰੱਖ ਲੈਣਾ, ਖੂਹ ਤੇ ਜਾਣਾ ਤਾਂ ਵੀ ਪਰਨੇ ਨਾਲ ਚੁੱਕੀ ਫਿਰਨਾ। ਉਸਦੇ ਪਰਨੇ ਨੂੰ ਵੇਖ ਕੇ ਉਸਦੇ ਪਿੰਡ ਵਾਲੇ ਉਸ ਨੂੰ ਗੱਲਾਂ ਕਰਨ ਲੱਗ ਗਏ ਸਨ ਕਿ ਤੂੰ ਇਹ ਪਰਨਾ ਕਿਉਂ ਰੱਖੀ ਫਿਰਦਾ ਹੈ ਨਾਲ। ਤਾਂ ਉਸਨੇ ਕਹਿਣਾ ਕਿ ਇਸ ਵਿੱਚ ਮੇਰੇ ਗੁਰੂ ਦੀ ਭੇਟਾ ਹੈ ਤੇ ਮੇਰਾ ਗੁਰੂ ਜਦੋਂ ਮੈਨੂੰ ਮਿਲੇਗਾ ਮੈਂ ਭੇਟਾ ਉਹਨਾਂ ਨੂੰ ਚੜਾਉਣੀ ਹੈ। ਕੁਝ ਸਮਾਂ ਤੱਕ ਤਾਂ ਸਭ ਕੁਝ ਠੀਕ ਰਿਹਾ, ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਲੋਕ ਉਸ ਦਾ ਮਜ਼ਾਕ ਉਡਾਉਣ ਲੱਗ ਪਏ, ਉਸ ਨੂੰ ਪੱਲਾ ਪੱਲਾ ਕਹਿ ਕੇ ਛੇੜਨ ਲੱਗ ਪਏ, ਕਿਉਂਕਿ ਹਮੇਸ਼ਾ ਪਰਨੇ ਦੇ ਪੱਲੇ ਵਿੱਚ ਗੁੜ ਦੀ ਰੋੜੀ ਬੰਨ੍ਹ ਕੇ ਰੱਖਦਾ ਸੀ। ਹੁਣ ਜੇ ਕੋਈ ਮੇਰੇ ਵਰਗਾ ਹੁੰਦਾ ਤਾਂ ਜਿਵੇਂ ਲੋਕ ਉਸ ਦਾ ਮਜ਼ਾਕ ਉਡਾ ਰਹੇ ਸਨ ਤਾਂ ਨਮੋਸ਼ੀ ਦਾ ਮਾਰਾ ਪਿੱਛੇ ਹਟ ਜਾਂਦਾ, ਪਰ ਭਾਈ ਪੱਲੇ ਦਾ ਮਜ਼ਾਕ ਜਿਵੇਂ ਜਿਵੇਂ ਲੋਕਾਂ ਨੇ ਉਡਾਇਆ ਉਸ ਦਾ ਵਿਸ਼ਵਾਸ ਗੁਰੂ ਵਿੱਚ ਹੋਰ ਵੀ ਦ੍ਰਿੜ ਹੁੰਦਾ ਗਿਆ। ਖੈਰ, ਜਿਵੇਂ ਜਿਵੇਂ ਦਿਨ ਬੀਤਦੇ ਗਏ ਭਾਈ ਪੱਲੇ ਦਾ ਟਿਕਾ ਹੋਰ ਬਣਦਾ ਗਿਆ। ਬਿਰਹਾ ਵਿੱਚ ਆ ਕੇ ਦਿਨ ਰਾਤ ਗੁਰੂ ਗੁਰੂ ਪੁਕਾਰਨ ਲੱਗਾ, ਮੈਨੂੰ ਦਰਸ਼ਨ ਦੇ, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦਾ, ਮੈਂ ਬੇਨਾਮਾ ਹਾਂ, ਮੈਨੂੰ ਨਾਮ ਵਾਲਾ ਕਰ ਦੇ, ਮੈਨੂੰ ਦਰਸ਼ਨ ਦੇ, ਮੈਨੂੰ ਦਰਸ਼ਨ ਦੇ, ਮੈਨੂੰ ਦਰਸ਼ਨ ਦੇ। ਫਿਰ ਉਨੀ ਦਿਨੀ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਬਕਾਲੇ ਆਉਂਦੇ ਹਨ। ਯਾਦ ਰਹੇ ਕਿ ਇੱਥੇ ਸ਼ਬਦ ਬਕਾਲਾ ਹੀ ਵਰਤਿਆ ਜਾਵੇਗਾ, ਕਿਉਂਕਿ ਬਕਾਲੇ ਦੇ ਨਾਲ ਬਾਬਾ ਸ਼ਬਦ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਸਮੇਂ ਤੋਂ ਲੱਗਣਾ ਸ਼ੁਰੂ ਹੋਇਆ ਹੈ, ਤਾਂ ਫਿਰ ਜਾ ਕੇ ਬਾਬਾ ਬਕਾਲਾ ਬਣਿਆ ਸੀ। ਉਸ ਤੋਂ ਪਹਿਲਾਂ ਇਸ ਨੂੰ ਸਿਰਫ ਬਕਾਲਾ ਹੀ ਕਿਹਾ ਜਾਂਦਾ ਸੀ। ਇੱਧਰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਬਕਾਲੇ ਆਉਂਦੇ ਹਨ ਤੇ ਉਧਰ ਭਾਈ ਪੱਲੇ ਦਾ ਬਿਰਹਾ ਇੰਨਾ ਕੁ ਵੱਧ ਜਾਂਦਾ ਹੈ ਕਿ ਸਿਖਰ ਦੁਪਹਿਰੇ ਖੇਤਾਂ ਵਿੱਚ ਵੱਟ ਤੇ ਬੈਠਾ ਉੱਚੀ ਉੱਚੀ ਰੋ ਰਿਹਾ ਹੁੰਦਾ ਹੈ ਤੇ ਪੁਕਾਰ ਰਿਹਾ ਹੁੰਦਾ ਹੈ, ਮੈਨੂੰ ਦਰਸ਼ਨ ਦੇ, ਮੈਨੂੰ ਦਰਸ਼ਨ ਦੇ, ਮੈਨੂੰ ਦਰਸ਼ਨ ਦੇ। ਤਾਂ ਗੁਰੂ ਸਾਹਿਬ ਸੰਗਤਾਂ ਵਿੱਚੋਂ ਉੱਠ ਕੇ ਘੋੜੇ ਤੇ ਸਵਾਰ ਹੁੰਦੇ ਹਨ ਤੇ ਘੋੜੇ ਨੂੰ ਅੱਡੀ ਮਾਰ ਕੇ ਨਿਕਲਣ ਲੱਗਦੇ ਹਨ। ਤਾਂ ਸੰਗਤਾਂ ਪੁੱਛਦੇ ਹਨ ਕਿ ਗੁਰੂ ਸਾਹਿਬ ਕਿੱਧਰ ਜਾ ਰਹੇ ਹੋ? ਤਾਂ ਗੁਰੂ ਸਾਹਿਬ ਜਵਾਬ ਦਿੰਦੇ ਹਨ ਕਿ ਪੱਥਰਾਂ ਨਾਲ ਟਕਰਾ ਕੇ, ਚਟਾਨਾਂ ਨੂੰ ਚੀਰਦੇ ਹੋਏ, ਰੁੱਖਾਂ ਦੇ ਤਣਿਆਂ ਦਾ ਮੁਕਾਬਲਾ ਕਰਦੇ ਹੋਏ ਇੱਕ ਬਿਰਹਾ ਦੀ ਨਦੀ ਸਾਨੂੰ ਮਿਲਣ ਵਾਸਤੇ ਆ ਰਹੀ ਹੈ, ਬਸ ਉਸੇ ਨੂੰ ਅੱਗੋਂ ਲੈਣ ਜਾ ਰਿਹਾ ਹਾਂ। ਬਕਾਲੇ ਤੋਂ ਚੱਲ ਕੇ ਗੁਰੂ ਸਾਹਿਬ ਸਠਿਆਲੇ ਦੇ ਕੋਲ ਪਿੰਡ ਬੁਤਾਲੇ ਪਹੁੰਚਦੇ ਹਨ ਤੇ ਉੱਥੇ ਜਾ ਕੇ ਇੱਕ ਪਿੰਡ ਦੇ ਬੰਦੇ ਨੂੰ ਪਿੰਡ ਦਾ ਨਾਂ ਪੁੱਛਦੇ ਹਨ ਤਾਂ ਉਹ ਬੰਦਾ ਪਿੰਡ ਦਾ ਨਾਂ ਬੁਤਾਲਾ ਦੱਸਦਾ ਹੈ। ਗੁਰੂ ਸਾਹਿਬ ਉਸ ਨੂੰ ਪੁੱਛਦੇ ਹਨ ਕਿ ਇੱਥੋਂ ਦਾ ਚੌਧਰੀ ਕੌਣ ਹੈ? ਤਾਂ ਥੋੜੀ ਹੀ ਦੂਰ ਭਾਈ ਪੱਲਾ ਬੈਠੇ ਹੁੰਦੇ ਹਨ। ਉਹ ਬੰਦਾ ਭਾਈ ਪੱਲੇ ਦਾ ਮਜ਼ਾਕ ਉਡਾਉਂਦਾ ਹੋਇਆ ਕਹਿੰਦਾ ਹੈ ਕਿ ਆਓ ਬੈਠਾ ਪਿੰਡ ਦਾ ਚੌਧਰੀ। ਗੁਰੂ ਸਾਹਿਬ ਉਧਰ ਨੂੰ ਘੋੜਾ ਮੋੜ ਕੇ ਕਹਿੰਦੇ ਹਨ ਕਿ ਹਾਂ, ਸਮਾਂ ਆਵੇਗਾ ਤੇ ਇਹੀ ਬੰਦਾ ਪਿੰਡ ਦਾ ਚੌਧਰੀ ਬਣੇਗਾ। ਗੁਰੂ ਸਾਹਿਬ ਉਸਦੇ ਕੋਲ ਪਹੁੰਚਦੇ ਹਨ। ਉਹ ਆਪਣੀ ਸੁਰਤ ਵਿੱਚ ਨੀਵੀਂ ਪਾਈ ਵੱਟ ਤੇ ਬੈਠਾ ਉੱਚੀ ਉੱਚੀ ਰੋ ਕੇ ਪੁਕਾਰ ਰਿਹਾ ਹੁੰਦਾ ਹੈ, ਕਦੋਂ ਆਓਗੇ, ਕਦੋਂ ਆਓਗੇ, ਕਦੋਂ ਮਿਹਰ ਕਰੋਗੇ, ਕਦੋਂ ਦਰਸ਼ਨ ਦਿਓਗੇ, ਮੈਂ ਕਿੰਨੇ ਚਿਰ ਤੋਂ ਪੱਲੇ ਨਾਲ ਗੁੜ ਬੰਨੀ ਬੈਠਾ ਹਾਂ, ਕਦੋਂ ਕਿਰਪਾ ਕਰੋਗੇ। ਗੁਰੂ ਸਾਹਿਬ ਉਸ ਨੂੰ ਆਵਾਜ਼ ਦਿੰਦੇ ਕਹਿੰਦੇ ਹਨ ਕਿ ਬੇਟਾ ਅਸੀਂ ਆ ਗਏ ਹਾਂ। ਉਹ ਉੱਪਰ ਨੂੰ ਨਿਗਾਹ ਚੁੱਕ ਕੇ ਦੇਖਦਾ ਹੈ ਤਾਂ ਸਾਹਮਣੇ ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਖੜੇ ਹੁੰਦੇ ਹਨ। ਗੁਰੂ ਸਾਹਿਬ ਨੂੰ ਵੇਖ ਕੇ ਜਿਵੇਂ ਉਸਦੀ ਸੁੱਧ ਬੁੱਧ ਗਵਾਚ ਗਈ ਹੋਵੇ, ਉਸ ਨੂੰ ਕੁਝ ਨਹੀਂ ਸੁੱਝਦਾ ਕਿ ਉਹ ਕੀ ਕਰੇ। ਜਦੋਂ ਉਸ ਨੂੰ ਕੁਝ ਨਹੀਂ ਸਮਝ ਆਉਂਦਾ ਤਾਂ ਘੋੜੇ ਦੀ ਰਕਾਬ ਵਿੱਚ ਪਿਆ ਗੁਰੂ ਸਾਹਿਬ ਦੇ ਚਰਨਾਂ ਨਾਲ ਲਿਪਟ ਜਾਂਦਾ ਹੈ ਤੇ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ। ਗੁਰੂ ਸਾਹਿਬ ਘੋੜੇ ਥੱਲੇ ਉਤਰਦੇ ਹਨ ਤੇ ਉਸ ਦੇ ਨਾਲ ਵੱਟ ਉੱਪਰ ਥੱਲੇ ਹੀ ਬੈਠ ਜਾਂਦੇ ਹਨ। ਇਹ ਹੈ ਗੁਰੂ ਦਾ ਪਿਆਰ। ਘੋੜਿਆਂ ਦੀ ਸਵਾਰੀ ਕਰਨ ਵਾਲੇ, ਸਿੰਘਾਸਣਾਂ ਤੇ ਬੈਠਣ ਵਾਲੇ ਮੇਰੇ ਪਾਤਸ਼ਾਹ ਜਦੋਂ ਸਿੱਖ ਪਿਆਰ ਨਾਲ ਪੁਕਾਰਦੇ ਹਨ ਤਾਂ ਉਹਨਾਂ ਦੀ ਆਵਾਜ਼ ਨੂੰ ਸੁਣ ਕੇ ਉਹਨਾਂ ਕੋਲ ਆ ਕੇ ਭੁੰਜੇ ਹੀ ਆਸਣ ਲਾ ਲੈਂਦੇ ਹਨ। ਉਧਰ ਭਾਈ ਪੱਲਾ ਅਜੇ ਵੀ ਬਿਰਹਾ ਵਿੱਚ ਹੈ, ਉਸ ਨੂੰ ਕੁਝ ਨਹੀਂ ਸੁੱਝ ਰਿਹਾ ਤਾਂ ਗੁਰੂ ਸਾਹਿਬ ਉਸ ਨੂੰ ਆਪ ਆਵਾਜ਼ ਦੇ ਕੇ ਪੁੱਛਦੇ ਹਨ ਕਿ ਪੱਲਿਆ, ਸਾਨੂੰ ਭੁੱਖ ਲੱਗੀ ਹੈ, ਕੁਝ ਖਾਣ ਲਈ ਨਹੀਂ ਦੇਵੇਂਗਾ? ਭਾਈ ਪੱਲਾ ਆਪਣੇ ਪਰਨੇ ਦੇ ਪੱਲੇ ਵਿੱਚੋਂ ਗੁੜ ਦੀ ਰੋੜੀ ਖੋਲ੍ਹਦਾ ਹੈ ਤੇ ਗੁਰੂ ਸਾਹਿਬ ਨੂੰ ਖਾਣ ਲਈ ਦਿੰਦਾ ਹੈ। ਗੁਰੂ ਸਾਹਿਬ ਉਸ ਰੋੜੀ ਨੂੰ ਬਹੁਤ ਪਿਆਰ ਨਾਲ ਛਕਦੇ ਹਨ। ਗੁੜ ਦੀ ਰੋੜੀ ਖਾਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਭਾਈ ਪੱਲੇ ਨੂੰ ਕਹਿੰਦੇ ਹਨ ਕਿ ਪੱਲਿਆ, ਸਾਨੂੰ ਆਪਣੇ ਘਰ ਨਹੀਂ ਲੈ ਕੇ ਜਾਵੇਂਗਾ? ਗੁਰੂ ਸਾਹਿਬ ਦੇ ਮੂੰਹੋਂ ਬਚਨ ਸੁਣ ਕੇ ਭਾਈ ਪੱਲਾ ਹੋਰ ਫੁੱਲਿਆ ਨਹੀਂ ਸਮਾਉਂਦਾ। ਗੁਰੂ ਸਾਹਿਬ ਘੋੜੇ ਤੇ ਬੈਠਦੇ ਹਨ ਤੇ ਭਾਈ ਪੱਲਾ ਉਹਨਾਂ ਨੂੰ ਆਪਣੇ ਘਰ ਲੈ ਕੇ ਜਾਂਦਾ ਹੈ। ਭਾਈ ਪੱਲਾ ਗੁਰੂ ਸਾਹਿਬ ਨੂੰ ਲੈ ਕੇ ਆਪਣੇ ਘਰ ਪਹੁੰਚਦਾ ਹੈ ਤੇ ਘਰ ਪਹੁੰਚ ਕੇ ਮਾਂ ਨੂੰ ਆਵਾਜ਼ ਦਿੰਦਾ ਹੈ ਕਿ ਮਾਂ ਦੇਖ, ਸਤਿਗੁਰੂ ਆਏ ਨੇ। ਘਰ ਦੇ ਵਿੱਚ ਇੱਕ ਪੁਰਾਣਾ ਜਿਹਾ ਮੰਜਾ ਹੁੰਦਾ ਹੈ, ਉਸ ਮੰਜੇ ਨੂੰ ਗੁਰੂ ਸਾਹਿਬ ਵਾਸਤੇ ਡਾਹਿਆ ਜਾਂਦਾ ਹੈ। ਉਸ ਦੇ ਉੱਪਰ ਬਿਸਤਰ ਵਿਛਾ ਕੇ ਗੁਰੂ ਸਾਹਿਬ ਨੂੰ ਬਿਠਾਇਆ ਜਾਂਦਾ ਹੈ। ਕੁਝ ਗੱਲਾਂ ਬਾਤਾਂ ਸ਼ੁਰੂ ਹੁੰਦੀਆਂ ਹਨ। ਗੱਲਾਂ ਬਾਤਾਂ ਤੋਂ ਬਾਅਦ ਗੁਰੂ ਸਾਹਿਬ ਕਹਿੰਦੇ ਹਨ ਕਿ ਸਾਨੂੰ ਭੁੱਖ ਲੱਗੀ ਹੈ, ਸਾਨੂੰ ਪ੍ਰਸ਼ਾਦਾ ਨਹੀਂ ਛਕਾਓਗੇ? ਇਤਿਹਾਸਕਾਰ ਲਿਖਦੇ ਹਨ ਕਿ ਉਸ ਦਿਨ ਘਰ ਦੇ ਵਿੱਚ 2.5 ਸੇਰ ਆਟਾ ਤੇ ਅੱਧਾ ਸੇਰ ਦਾਲ ਸੀ ਤੇ ਘਿਓ ਬਿਲਕੁਲ ਵੀ ਨਹੀਂ ਸੀ। ਮਾਂ ਹਾਂਡੀ ਵਿੱਚ ਦਾਲ ਪਾ ਕੇ ਆਟਾ ਗੁੰਨਣ ਲੱਗ ਜਾਂਦੀ ਹੈ ਤੇ ਪ੍ਰਸ਼ਾਦੇ ਪਕਾਉਣੇ ਸ਼ੁਰੂ ਕਰ ਦਿੰਦੀ ਹੈ। ਉਧਰ ਪਿੰਡ ਵਿੱਚ ਰੌਲਾ ਪੈ ਜਾਂਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਆਏ ਹਨ ਤੇ ਬਕਾਲੇ ਤੋਂ ਵੀ ਸੰਗਤਾਂ ਚੱਲ ਕੇ ਭਾਈ ਪੱਲੇ ਦੇ ਘਰ ਆ ਜਾਂਦੀਆਂ ਹਨ। ਪ੍ਰਸ਼ਾਦਾ ਪੱਕ ਕੇ ਤਿਆਰ ਹੋ ਜਾਂਦਾ ਹੈ ਤੇ ਮਾਂ ਜਾ ਕੇ ਗੁਰੂ ਸਾਹਿਬ ਨੂੰ ਕਹਿੰਦੀ ਹੈ ਕਿ ਲੰਗਰ ਪੱਕ ਕੇ ਤਿਆਰ ਹੈ, ਪਰ ਜਦੋਂ ਉਹਨਾਂ ਦੇ ਮੂੰਹੋਂ ਪਰ ਨਿਕਲਦਾ ਹੈ ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਪਰ ਕੀ? ਤਾਂ ਮਾਂ ਕਹਿੰਦੀ ਹੈ ਕਿ ਪਰ ਘਰ ਵਿੱਚ ਘਿਓ ਬਿਲਕੁਲ ਨਹੀਂ ਹੈ। ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਤੁਸੀਂ ਫਿਕਰ ਨਾ ਕਰੋ, ਇਸ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਵੇਗੀ। ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਲੈ ਕੇ ਆਓ, ਮੈਂ ਆਪ ਸੰਗਤ ਨੂੰ ਪ੍ਰਸ਼ਾਦੇ ਵਰਤਾਵਾਂਗਾ। ਗੁਰੂ ਸਾਹਿਬ ਨੇ ਇੱਕ ਇੱਕ ਫੁਲਕੇ ਉੱਪਰ ਦਾਲ ਪਾ ਕੇ ਸੰਗਤਾਂ ਨੂੰ ਆਪਣੇ ਹੱਥੀਂ ਪ੍ਰਸ਼ਾਦਾ ਵਰਤਾਇਆ। ਗੁਰੂ ਸਾਹਿਬ ਦੇ ਬਚਨ ਸੱਚ ਹੋਏ। ਅੱਗੇ ਚੱਲ ਕੇ ਭਾਈ ਪੱਲਾ ਪਿੰਡ ਦਾ ਚੌਧਰੀ ਬਣਿਆ। ਜਿਸ ਘਰ ਦੇ ਵਿੱਚ ਇੰਨੀ ਗਰੀਬੀ ਸੀ, ਅੱਜ ਉਸ ਘਰ ਦੇ ਵਿੱਚ ਸੋਨੇ ਦੇ ਛਤਰ ਝੁੱਲ ਰਹੇ ਹਨ।